ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਚੱਲ ਰਹੇ ਗੁਰਮਤਿ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮਤਿ ਕਲਾਸਾਂ ਦੇ ਵਿੱਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਰਹੇ ਸਮੂਹ ਪਿਆਰੇ ਵਿਦਿਆਰਥੀਓ, ਕਰੋ ਇੱਕ ਵਾਰ ਮਨ ਬਿਰਤੀਆਂ ਨੂੰ ਕਾਗਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਆਪਾਂ 26 ਤਰੀਕ ਨੂੰ 26 ਮਈ ਨੂੰ ਸ਼ਹੀਦਾਂ ਦੇ ਸਰਤਾਜ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਜਾ ਰਹੇ ਹਾਂ। ਹਰ ਸਾਲ ਆਪਾਂ ਇਹ ਜੋ ਸ਼ਹੀਦੀ ਦਿਹਾੜਾ ਬੜੇ ਪਿਆਰ, ਬੜੀ ਸ਼ਰਧਾ ਭਾਵਨਾ ਦੇ ਸਹਿਤ ਮਨਾਉਂਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਸਾਡੇ ਪੰਜਵੇਂ ਸਤਿਗੁਰੂ ਹਨ ਅਤੇ ਜਿਨ੍ਹਾਂ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਤਿੰਨਾਂ ਦੇ ਅਤੇ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਬਚਪਨ ਦੇ ਵਿੱਚ ਆਪ ਜੀ ਨੂੰ ਆਪ ਦਾ ਜੋ ਪਾਲਣ ਪੋਸ਼ਣ ਸੀ, ਆਪ ਜੀ ਦੇ ਨਾਨਾ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਗਰਾਨੀ ਦੇ ਅੰਦਰ ਦੇਖ ਰੇਖ ਹੇਠ ਹੋਇਆ। ਆਪ ਜੀ ਨੂੰ ਅਨੇਕਾਂ ਵਰ ਪ੍ਰਾਪਤ ਹੋਏ। ਆਪ ਜੀ ਦੇ ਨਾਨਾ ਜੀ ਨੇ ਇੱਕ ਦਿਨ ਕਿਰਪਾ ਦੇ ਘਰ ਵਿੱਚ ਆਏ, ਕਹਿ ਦਿੱਤਾ ਦੋਹਿਤਾ ਬਾਣੀ ਕਾ ਬੋਹਿਤਾ। ਜਿਸ ਵਕਤ ਆਪ ਜੀ ਦੇ ਪਿਤਾ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਆਪ ਸਦਾ ਹੀ ਗੁਰੂ ਪਿਤਾ ਦੇ ਪਾਸ ਨਿਤਾ ਪ੍ਰਤੀ ਉਹਨਾਂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਰਹਿੰਦੇ ਸਨ। ਆਪ ਜੀ ਦੇ ਦੋ ਵੱਡੇ ਭਰਾ ਸਨ। ਇੱਕ ਸਨ ਬਾਬਾ ਪਿਰਥੀ ਚੰਦ, ਜੋ ਸਭ ਤੋਂ ਵੱਡਾ ਸੀ। ਉਸ ਤੋਂ ਛੋਟੇ ਸਨ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਆਪ ਸਨ। ਕਹਿੰਦੇ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਿਸ਼ਤੇ ਦੇ ਵਿੱਚ ਇੱਕ ਸ਼ਾਦੀ ਦਾ ਸਮਾਗਮ ਆਇਆ। ਕਹਿੰਦੇ ਜਦੋਂ ਜਾਣ ਵਾਸਤੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਪਿਰਥੀ ਚੰਦ ਨੂੰ ਕਿਹਾ ਤੇ ਬਾਬਾ ਪਿਰਥੀ ਚੰਦ ਨੇ ਇਨਕਾਰ ਕਰ ਦਿੱਤਾ। ਕਹਿ ਦਿੱਤਾ ਪਿਤਾ ਜੀ ਮੈਂ ਚਲਾ ਗਿਆ ਤੇ ਗੁਰੂ ਘਰ ਦਾ ਕਾਰਜ ਕੌਣ ਸੰਭਾਲੇਗਾ, ਕਿਉਂਕਿ ਕਾਰ ਸੇਵਾ ਚੱਲ ਰਹੀ ਹੈ। ਮੈਨੂੰ ਪਤਾ ਹੈ ਕਿਸ ਨੂੰ ਕਿੱਥੇ ਲਾਉਣਾ ਹੈ, ਕਿਸ ਨੂੰ ਕਿੰਨੀ ਭੇਟਾ ਦੇਣੀ ਹੈ, ਕਿਸ ਤੋਂ ਕਿਹੜੀ ਵਸਤੂ ਲੈਣੀ ਹੈ। ਹਿਸਾਬ ਕਿਤਾਬ ਜੋ ਹੈ ਸਭ ਕੁਝ ਮੇਰੇ ਪਾਸ ਹੈ। ਇਸ ਕਰਕੇ ਮੈਂ ਲਾਹੌਰ ਸ਼ਾਦੀ ਦੇ ਸਮਾਗਮਾਂ ਵਿੱਚ ਨਹੀਂ ਜਾ ਸਕਦਾ। ਕਹਿਣ ਲੱਗੇ ਫਿਰ ਬਾਬਾ ਮਹਾਦੇਵ ਨੂੰ ਕਿਹਾ ਤੇ ਬਾਬਾ ਮਹਾਦੇਵ ਜੀ ਨੇ ਇੱਕੋ ਹੀ ਸ਼ਬਦ ਕਹਿ ਦਿੱਤਾ। ਕਹਿੰਦਾ ਪਿਤਾ ਜੀ ਮੇਰਾ ਸੰਸਾਰ ਦੇ ਕਿਸੇ ਵੀ ਰਿਸ਼ਤੇ ਨਾਤੇ ਦੇ ਨਾਲ ਕੋਈ ਸੰਬੰਧ ਨਹੀਂ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿਣਾ ਕੀਤਾ, ਕਹਿੰਦੇ ਪਿਤਾ ਜੀ ਇਹ ਤੇ ਖੁਸ਼ੀ ਦਾ ਸਮਾਂ ਹੈ। ਅਗਰ ਤੁਸੀਂ ਉਸ ਜਗ੍ਹਾ ਤੇ ਵੀ ਉਸ ਕਾਰਜ ਵਾਸਤੇ ਵੀ ਜਾਣ ਦਾ ਹੁਕਮ ਕਰੋ ਨਾ। ਕਹਿਣ ਲੱਗੇ ਜਿੱਥੇ ਸੀਸ ਲੱਗਣ ਦਾ ਖਦਸ਼ਾ ਹੋਵੇ ਮੈਂ ਉੱਥੇ ਵੀ ਪਿੱਛੇ ਨਹੀਂ ਹਟਾਂਗਾ। ਕਹਿੰਦੇ ਇਸ ਹੁਕਮ ਦੀ ਕਮਾਈ ਕੀਤੀ ਤਾਂ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਹੁਕਮ ਮੰਨਣ ਦੇ ਕਾਰਨ ਆਪ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਗੁਰੂ ਪਿਆਰ ਵਾਲਿਓ 1 ਸਤੰਬਰ 1581 ਈਸਵੀ ਨੂੰ ਜਦੋਂ ਆਪ ਜੀ ਦੀ ਉਮਰ 18 ਸਾਲ ਦੀ ਸੀ, ਆਪ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਗੁਰੂ ਪਿਆਰ ਵਾਲਿਓ ਗੁਰਤਾ ਗੱਦੀ ਤੇ ਬਹਿੰਦਿਆਂ ਹੀ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਨੇਕਾਂ ਸਮਾਜ ਸੁਧਾਰ ਦੇ ਕਾਰਜ ਕੀਤੇ। ਉੱਥੇ ਸਾਡੇ ਤੇ 3 ਵੱਡੇ ਮਹਾਨ ਪਰਉਪਕਾਰ ਕੀਤੇ, ਮਹਾਨ ਬਖਸ਼ਿਸ਼ਾਂ ਕੀਤੀਆਂ। ਪਹਿਲੀ ਪਾਤਸ਼ਾਹ ਜੀ ਨੇ
ਸਾਨੂੰ ਸਿੱਖੀ ਦਾ ਧੁਰਾ ਕੇਂਦਰੀ ਸਥਾਨ ਸ੍ਰੀ ਅੰਮ੍ਰਿਤਸਰ ਦੀ ਬਖਸ਼ਿਸ਼ ਕਰਨਾ ਕੀਤੀ, ਜੋ ਸਿੱਖੀ ਦਾ ਧੁਰਾ ਹੈ। ਗੁਰੂ ਪਿਆਰ ਵਾਲਿਓ, ਦੂਸਰਾ ਮਹਾਨ ਬਖਸ਼ਿਸ਼ ਕੀਤੀ ਸਰਬ ਸਾਂਝਾ ਮੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਜੋ ਸੀ ਸਾਈਂ ਮੀਆਂ ਮੀਰ ਜੀ ਦੇ ਪਾਸੋਂ ਰਖਵਾਈ। ਗੁਰੂ ਪਿਆਰ ਵਾਲਿਓ, ਤੀਸਰੀ ਮਹਾਨ ਬਖਸ਼ਿਸ਼ ਕਰਨਾ ਕੀਤੀ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਜਿਤਨੀ ਬਾਣੀ ਪੋਥੀ ਸਾਹਿਬਾਨ ਦੇ ਰੂਪ ਦੇ ਅੰਦਰ ਸੀ ਨਾ, ਸਾਰੀ ਬਾਣੀ ਨੂੰ ਇਕੱਤਰ ਕੀਤਾ ਹੈ। ਰਾਮਸਰ ਦੇ ਪਾਵਨ ਸਥਾਨ ਤੇ ਗੁਰੂ ਘਰ ਦੇ ਮਹਾਨ ਪ੍ਰਚਾਰਕ, ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਸਾਰੀ ਜਿਹੜੀ ਬਾਣੀ ਸੀ ਲਿਖਵਾਉਣਾ ਕੀਤੀ ਹੈ। ਅਤੇ ਇਸ ਧਰਮ ਗ੍ਰੰਥ ਦੇ ਅੰਦਰ ਆਪ ਜੀ ਨੇ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ, ਉੱਥੇ ਪਾਤਸ਼ਾਹ ਨੇ 15 ਭਗਤਾਂ ਦੀ ਬਾਣੀ ਵੀ ਦਰਜ ਕੀਤੀ, 11 ਭੱਟਾਂ ਦੀ ਬਾਣੀ ਵੀ ਦਰਜ ਕੀਤੀ, 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਕੀਤੀ। ਕਹਿੰਦੇ ਜਦੋਂ ਲਿਖਾਈ ਦਾ ਕਾਰਜ ਸੰਪੂਰਨ ਹੋਇਆ ਨਾ, ਤੇ ਪੋਥੀ ਸਾਹਿਬ ਦਾ ਜੋ ਪਹਿਲਾ ਪ੍ਰਕਾਸ਼ ਸੀ 1 ਸਤੰਬਰ ਨੂੰ ਗੁਰੂ ਪਿਆਰ ਵਾਲਿਓ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਾ ਕੀਤਾ ਹੈ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਯਤ ਕੀਤਾ ਗਿਆ ਅਤੇ ਗੁਰੂ ਪਿਆਰ ਵਾਲਿਓ ਮੇਰੇ ਸਤਿਗੁਰੂ ਜੀ ਨੇ ਤਰਨ ਤਾਰਨ ਵਿਖੇ ਕੋੜੀਆਂ ਦੀ ਸੇਵਾ ਸੰਭਾਲ ਦੇ ਲਈ ਇੱਕ ਸੈਂਟਰ ਤਿਆਰ ਕੀਤਾ। ਇਹਨਾਂ ਨੂੰ ਇਸ ਰੋਗ ਤੋਂ ਮੁਕਤ ਕਰਨ ਵਾਸਤੇ ਗੁਰੂ ਪਿਆਰ ਵਾਲਿਓ ਪਾਤਸ਼ਾਹ ਨੇ ਬਹੁਤ ਵੱਡਾ ਇੱਥੇ ਦਵਾਖਾਨਾ ਵੀ ਖੋਲ੍ਹਣਾ ਕੀਤਾ। ਉਸ ਵਕਤ ਦਿੱਲੀ ਤਖਤ ਤੇ ਜਹਾਂਗੀਰ ਬਾਦਸ਼ਾਹ ਜਿਹੜਾ ਸੀ ਉਹ ਦਿੱਲੀ ਦੇ ਤਖਤ ਤੇ ਬੈਠਾ ਸੀ। ਹੁਣ ਆਪਾਂ ਵਿਚਾਰ ਕਰਨੀ ਹੈ ਕਿ ਸ਼ਹੀਦੀ ਦੇ ਕੀ ਕਾਰਨ ਸਨ। ਜਦ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਬੜੇ ਸ਼ਾਂਤ ਚਿੱਤ ਰਹਿਣ ਵਾਲੇ, ਨਿਮਰਤਾ ਤੇ ਸ਼ਾਂਤੀ ਦੇ ਪੁੰਜ ਸਨ, ਸ਼ਹੀਦੀ ਦਾ ਕੀ ਕਾਰਨ ਸੀ। ਗੁਰੂ ਪਿਆਰ ਵਾਲਿਓ ਜਿਸ ਵਕਤ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨਾ, ਉਸ ਵਕਤ ਆਪਦਾ ਸਭ ਤੋਂ ਵੱਡਾ ਵਿਰੋਧੀ ਬਣਿਆ ਬਾਬਾ ਪਿਰਥੀ ਚੰਦ, ਜੋ ਆਪ ਜੀ ਦੇ ਵੱਡੇ ਭਰਾਤਾ ਸਨ ਅਤੇ ਜਿਸ ਨੂੰ ਆਸ ਸੀ ਕਿ ਗੁਰੂ ਪਿਤਾ ਤੋਂ ਬਾਅਦ ਇਸ ਗੁਰਤਾ ਗੱਦੀ ਤੇ ਮੈਂ ਬਿਰਾਜਮਾਨ ਹੋਣਾ। ਪਰ ਜਦੋਂ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੇ ਗੁਰਤਾ ਗੱਦੀ ਸੀ, ਉਹ ਹੁਕਮ ਮੰਨਣ ਵਾਲੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤੀ ਨਾ, ਤੇ ਬਾਬਾ ਪਿਰਥੀ ਚੰਦ ਜਿਹੜਾ ਸੀ ਗੁਰੂ ਘਰ ਦਾ ਵਿਰੋਧੀ ਬਣ ਬੈਠਾ। ਦੂਸਰਾ ਕਾਰਨ ਕਹਿੰਦੇ ਲਾਹੌਰ ਦਰਬਾਰ ਦੇ ਅੰਦਰ ਜੋ ਚੰਦੂ ਸੀ ਉਹ ਜਹਾਂਗੀਰ ਬਾਦਸ਼ਾਹ ਦਾ ਬੜਾ ਵਿਸ਼ਵਾਸ ਪਾਤਰ ਸੀ। ਕਹਿੰਦੇ ਚੰਦੂ ਦੀ ਇੱਕ ਲੜਕੀ ਸੀ ਜੋ ਬੜੀ ਸੁੰਦਰ ਸੀ। ਉਸਨੇ ਲਾਗੀਆਂ ਨੂੰ ਬੁਲਾਇਆ, ਕਹਿਣ ਲੱਗਾ ਜਾਓ ਮੇਰੀ ਬੱਚੀ ਦੇ ਲਈ ਨਾ ਕੋਈ ਰਿਸ਼ਤਾ ਦੇਖ ਕਰਕੇ ਆਓ। ਕਿ ਉਸ ਸਮੇਂ ਦੀ ਇੱਕ ਮਰਜ਼ਾਦਾ ਸੀ, ਪਿਰਤ ਸੀ, ਪਰੰਪਰਾ ਸੀ। ਕਹਿੰਦੇ ਇਹ ਲਾਗੀ ਬੜੀ ਦੂਰ ਤੱਕ ਦੇਖ ਕਰਕੇ ਆਏ ਤੇ ਕਹਿੰਦੇ ਇੱਕ ਦਿਨ ਅੰਮ੍ਰਿਤਸਰ ਨਗਰ ਵਿਖੇ ਪਹੁੰਚੇ। ਕੁਝ ਥੱਕੇ ਹੋਏ ਸਨ, ਕੁਝ ਭੁੱਖ ਲੱਗੀ ਹੋਈ ਸੀ, ਲੰਮੇ ਸਫ਼ਰ ਤੋਂ ਆਏ ਸਨ। ਕਹਿੰਦੇ ਇਹਨਾਂ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚੋਂ ਬੈਠ ਕਰਕੇ ਪ੍ਰਸ਼ਾਦਾ ਛਕਿਆ, ਜੋ ਗੁਰੂ ਘਰ ਦੀ ਮਰਜ਼ਾਦਾ ਸੀ। ਪਹਿਲਾਂ ਪੰਗਤ, ਪਾਤਸ਼ਾਹ ਸੰਗਤ ਅਤੇ ਫਿਰ ਗੁਰੂ ਪਿਆਰ ਵਾਲਿਓ ਇਹ ਜਿਹੜੇ ਲਾਗੀ ਸਨ ਨਾ, ਇਹ ਜਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕਰਨਾ ਕੀਤੀ ਹੈ। ਕਹਿੰਦੇ ਜਦੋਂ ਜਾ ਕਰਕੇ ਬੈਠੇ ਹਨ ਤੇ ਥੋੜੇ ਸਮੇਂ ਦੇ ਅੰਦਰ ਹੀ ਬਾਲਾ ਪ੍ਰੀਤਮ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਖੇਡਦੇ ਖੇਡਦੇ ਆ ਕਰਕੇ ਸਤਿਗੁਰੂ ਜੀ ਦੇ ਪਾਸ ਆ ਕਰਕੇ ਬੈਠ ਗਏ। ਹੁਣ ਲਾਗੀਆਂ ਨੇ ਸੰਗਤ ਨੂੰ ਪੁੱਛਣਾ ਕੀਤਾ ਤੇ ਸੰਗਤ ਨੇ ਦੱਸਣਾ ਕੀਤਾ, ਕਹਿੰਦੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ। ਕਹਿੰਦੇ ਹੁਣ ਇਹ ਲਾਗੀ ਆਪਸ ਦੇ ਵਿੱਚ ਵਿਚਾਰ ਕੀਤੀ ਕਿ ਚੰਦੂ ਦੀ ਲੜਕੀ ਦੇ ਲਈ ਇਹ ਜਿਹੜਾ ਸਾਕ ਹੈ, ਸੰਬੰਧੀ ਹੈ ਨਾ, ਇਹ ਠੀਕ ਰਹਿਣ। ਵਿਚਾਰ ਤੋਂ ਉਪਰੰਤ ਉਹਨਾਂ ਸਤਿਗੁਰੂ ਨੂੰ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਅਸੀਂ ਲਾਹੌਰ ਤੋਂ ਚੱਲ ਕਰਕੇ ਆਏ, ਚੰਦੂ ਦੀਵਾਨ ਦੀ ਲੜਕੀ ਵਾਸਤੇ ਰਿਸ਼ਤਾ ਲੱਭਦੇ ਲੱਭਦੇ ਪਹੁੰਚੇ ਹਾਂ ਤੇ ਸਾਨੂੰ ਤੁਹਾਡਾ ਜਿਹੜਾ ਸਾਹਿਬਜ਼ਾਦਾ ਪਸੰਦ ਆ ਗਿਆ, ਅਸੀਂ ਰਿਸ਼ਤਾ ਕਰਨਾ ਚਾਹੁੰਦੇ।
ਪਾਤਸ਼ਾਹ ਜੀ ਨੇ ਕਹਿ ਦਿੱਤਾ ਜੋ ਤੁਹਾਡੀ ਰਜ਼ਾ ਹੈ। ਕਹਿੰਦੇ ਸਾਨੂੰ 1 ਹਫ਼ਤੇ ਦਾ ਸਮਾਂ ਦਿੱਤਾ ਜਾਵੇ, ਅਸੀਂ ਜਾ ਕਰਕੇ ਚੰਦੂ ਦੀਵਾਨ ਨੂੰ ਇਹ ਦੱਸਣਾ ਵੀ ਚਾਹੁੰਦੇ ਹਾਂ ਤੇ 1 ਹਫ਼ਤੇ ਬਾਅਦ ਫਿਰ ਆ ਕਰਕੇ ਸਗਨ ਦੀਆਂ ਰਸਮਾਂ ਕਰਾਂਗੇ। ਹੁਣ ਕਹਿੰਦੇ ਇਹ ਲਾਗੀ ਜਦੋਂ ਚੰਦੂ ਦੇ ਪਾਸ ਪਹੁੰਚਿਆ, ਚੰਦੂ ਨੂੰ ਜਾ ਕਰਕੇ ਸਾਰੀ ਵਿਥਿਆ ਦੱਸੀ ਹੈ। ਕਹਿ ਦਿੱਤਾ ਤੁਹਾਡੀ ਪੁੱਤਰੀ ਦਾ ਜਿਹੜਾ ਰਿਸ਼ਤਾ ਹੈ ਨਾ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਰ ਆਏ। ਕਹਿੰਦੇ ਹੁਣ ਚੰਦੂ ਦੇ ਮਨ ਦੇ ਵਿੱਚ ਹੰਕਾਰ ਸੀ, ਹਉਮੈ ਸੀ। ਉਹਨੇ ਬੜੇ ਅਪਸ਼ਬਦ ਬੋਲੇ। ਕਹਿ ਦਿੱਤਾ ਤੁਸੀਂ ਬੜਾ ਮਾੜਾ ਕੰਮ ਕੀਤਾ, ਮੇਰੀ ਪੁੱਤਰੀ ਦਾ ਰਿਸ਼ਤਾ ਉਸ ਘਰ ਦੇ ਵਿੱਚ ਕਰ ਰਹੇ ਹੋ, ਚੁਬਾਰੇ ਦੀ ਇੱਟ ਜਿਹੜੀ ਸੀ ਮੋਰੀ ਨੂੰ ਲਾ ਆਏ ਹੋ। ਕਹਿੰਦੇ ਜਦੋਂ ਇਹਨਾਂ ਬਚਨਾਂ ਦਾ, ਇਹਨਾਂ ਵਿਚਾਰਾਂ ਦਾ ਸੰਗਤਾਂ ਨੂੰ ਪਤਾ ਲੱਗਾ ਨਾ, ਤੇ ਸੰਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਪੱਤਰਕਾ ਲਿਖੀ ਹੈ, ਜਿਹਦੇ ਵਿੱਚ ਲਿਖਿਆ ਸੱਚੇ ਪਾਤਸ਼ਾਹ ਜੀਓ, ਇਸ ਚੰਦੂ ਹੰਕਾਰੀ ਨੇ ਗੁਰੂ ਨਾਨਕ ਦੇ ਦਰ ਨੂੰ ਨੀਵਾਂ ਕਿਹਾ, ਆਪਣੇ ਆਪ ਨੂੰ ਉੱਚਾ ਕਿਹਾ, ਇਸ ਕਰਕੇ ਇਹਦੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਕਹਿੰਦੇ ਜਿਸ ਦਿਨ ਇਹ ਲਾਗੀ ਲਾਹੌਰ ਤੋਂ ਚੱਲੇ ਹਨ ਨਾ, ਉਸੇ ਦਿਨ ਇਹ ਗੁਰੂ ਕਾ ਸਿੱਖ ਜਿਹੜਾ ਸੀ ਪੱਤਰਕਾ ਲੈ ਕਰਕੇ ਪਹੁੰਚਿਆ। ਕਹਿੰਦੇ ਅਜੇ ਸਗਨ ਦੀਆਂ ਰਸਮਾਂ ਆਰੰਭ ਨਹੀਂ ਹੋਈਆਂ ਤੇ ਇਹ ਗੁਰੂ ਕਾ ਸਿੱਖ ਅੱਗੇ ਵਧਿਆ, ਇਹਨੇ ਪੱਤਰਕਾ ਦੇ ਦਿੱਤੀ। ਕਹਿੰਦੇ ਸੱਚੇ ਪਾਤਸ਼ਾਹ ਜੀਓ, ਸਭ ਤੋਂ ਪਹਿਲਾਂ ਸੰਗਤਾਂ ਦੀ ਇਹ ਜਿਹੜੀ ਬੇਨਤੀ ਹੈ ਇਹਨੂੰ ਸਰਵਣ ਕਰਨਾ ਕਰੋ। ਕਹਿੰਦੇ ਜਦੋਂ ਪਾਤਸ਼ਾਹ ਨੇ ਪੱਤਰਕਾ ਪੜ੍ਹੀ ਹੈ ਨਾ, ਤੇ ਪੱਤਰਕਾ ਪੜ੍ਹ ਕਰਕੇ ਕਹਿ ਦਿੱਤਾ, ਕਹਿਣ ਲੱਗੇ ਲਾਗੀਆਂ ਨੂੰ ਕਿ ਇਸ ਰਿਸ਼ਤੇ ਨੂੰ ਗੁਰੂ ਕੀਆਂ ਸੰਗਤਾਂ ਨੇ ਪ੍ਰਵਾਨ ਨਹੀਂ ਕੀਤਾ। ਹੁਣ ਪਿਆਰਿਓ, ਦੁਨੀਆ ਦੇ ਜਿਤਨੇ ਵੀ ਧਰਮ ਹੈ ਸਤਿਕਾਰਯੋਗ ਹੈ, ਉਹਨਾਂ ਧਰਮਾਂ ਦੇ ਵਿੱਚ ਵੀ ਸੰਗਤ ਹੈ, ਪਰ ਜਿਹੜਾ ਮਾਣ, ਜਿਹੜਾ ਸਨਮਾਨ, ਜਿਹੜਾ ਸਤਿਕਾਰ ਗੁਰੂ ਨਾਨਕ ਦੇ ਦਰ ਤੇ ਹੈ ਨਾ, ਉਹ ਦੁਨੀਆ ਦੇ ਕਿਸੇ ਧਰਮ ਤੇ ਨਹੀਂ। ਕਿਉਂਕਿ ਉੱਥੇ ਸੰਗਤ ਕੇਵਲ ਇੱਕ ਇਕੱਠ ਮਾਤਰ ਹੈ, ਪਰ ਗੁਰੂ ਨਾਨਕ ਦੇ ਦਰ ਤੇ ਜਦੋਂ ਸੰਗਤ ਇਕੱਠੀ ਹੁੰਦੀ ਹੈ ਤੇ ਪਾਤਸ਼ਾਹ ਦਾ ਹੁਕਮ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਕਿ ਜਿੱਥੇ ਸੰਗਤ ਇਕੱਤਰ ਹੈ ਉੱਥੇ ਪ੍ਰਮਾਤਮਾ ਦਾ ਨਿਵਾਸ ਹੈ। ਤਾਂ ਮੇਰੇ ਸਤਿਗੁਰੂ ਜੀ ਨੇ ਸੰਗਤ ਦੇ ਹੁਕਮ ਨੂੰ ਪ੍ਰਵਾਨ ਕਰਦੇ ਹਨ, ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ। ਕਹਿ ਦਿੱਤਾ ਸਾਨੂੰ ਇਹ ਸੰਗਤ ਨੂੰ ਰਿਸ਼ਤਾ ਪ੍ਰਵਾਨ ਨਹੀਂ, ਇਸ ਕਰਕੇ ਸਾਨੂੰ ਵੀ ਪ੍ਰਵਾਨ ਨਹੀਂ। ਜਿਸ ਕਾਰਨ ਕਰਕੇ ਜਿਹੜਾ ਚੰਦੂ ਦੀਵਾਨ ਸੀ ਨਾ, ਗੁਰੂ ਘਰ ਦਾ ਵਿਰੋਧੀ ਬਣ ਬੈਠਾ। ਗੁਰੂ ਪਿਆਰ ਵਾਲਿਓ, ਜਿਸ ਵਕਤ ਮੇਰੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਣ ਦਾ ਕਾਰਜ ਕਰ ਰਹੇ ਸਨ, ਉਸ ਵਕਤ 4 ਭਗਤ ਜਿਹੜੇ ਸਨ ਲਾਹੌਰ ਤੋਂ ਚੱਲ ਕਰਕੇ ਆਏ ਤੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ, ਕਿਉਂਕਿ ਉਹਨਾਂ ਦੀ ਰਚਨਾ ਦੇ ਵਿੱਚ ਹੰਕਾਰ ਸੀ, ਹਉਮੈ ਸੀ, ਸੰਸਾਰ ਤੋਂ ਪ੍ਰਾਪਤਾ ਦੀ ਗੱਲ ਸੀ। ਪਾਤਸ਼ਾਹ ਨੇ ਕਹਿ ਦਿੱਤਾ, ਕਹਿੰਦੇ ਹੇ ਭਗਤ ਜਨੋ, ਤੁਹਾਡੀ ਇਹ ਜਿਹੜੀ ਵਿਚਾਰਧਾਰਾ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀ। ਇਹਨਾਂ ਨੇ ਵੀ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਸ਼ਿਕਾਇਤ ਕੀਤੀ, ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗ੍ਰੰਥ ਲਿਖਿਆ ਹੈ ਜਿਹਦੇ ਵਿੱਚ ਇਸਲਾਮ ਦੀ ਨਿੰਦਿਆ ਲਿਖੀ ਹੈ, ਮੁਹੰਮਦ ਸਾਹਿਬ ਦੀ ਨਿੰਦਿਆ ਲਿਖੀ ਹੈ, ਅਤੇ ਇਸ ਕਰਕੇ ਇਹ ਜਿਹੜਾ ਗ੍ਰੰਥ ਹੈ ਨਾ, ਇਹਦੇ ਵਿੱਚ ਇਸਲਾਮ ਦੀ, ਮੁਹੰਮਦ ਸਾਹਿਬ ਦੀ ਸਿਫਤ ਦਾ ਇੱਕ ਵੀ ਸ਼ਬਦ ਨਹੀਂ ਲਿਖਿਆ ਗਿਆ। ਗੁਰੂ ਪਿਆਰ ਵਾਲਿਓ, ਚੌਥਾ ਤੇ ਜਿਹੜਾ ਮੁੱਖ ਕਾਰਨ ਸੀ, ਕਿਉਂਕਿ ਜਹਾਂਗੀਰ ਬਾਦਸ਼ਾਹ ਜਦੋਂ ਤਖਤ ਤੇ ਬੈਠਾ ਨਾ, ਉਹਦੇ ਮਨ ਦੇ ਵਿੱਚ ਇਸਲਾਮ ਦੇ ਪ੍ਰਤੀ ਬੜੀ ਸ਼ਰਧਾ ਸੀ। ਉਹਨੇ ਕਿਹਾ ਮੈਂ ਹਰ ਜਗ੍ਹਾ ਤੇ ਇਸਲਾਮ ਦਾ ਹੀ ਬੋਲਬਾਲਾ ਕਰਨਾ। ਤੇ ਦੂਸਰਾ, ਉਹ ਗੁਰੂ ਘਰ ਦੇ ਨਾਲ ਵਿਰੋਧੀ ਸੀ, ਗੁਰੂ ਘਰ ਨਾਲ ਈਰਖਾ ਕਰਦਾ ਸੀ, ਕਿਉਂਕਿ ਜਿਹੜੀ ਉਹਦੀ ਆਪਣੀ ਸਵੈ ਡੈਰੀ ਹੈ ਨਾ, ਉਹਦੇ ਵਿੱਚ ਲਿਖਣਾ ਕੀਤਾ ਹੈ, ਕਹਿੰਦਾ ਬਿਆਸ ਦਰਿਆ ਦੇ ਕਿਨਾਰੇ ਤੇ ਇੱਕ ਝੂਠ ਦੀ ਦੁਕਾਨ ਜੋ ਕਈ ਪੀੜ੍ਹੀਆਂ ਤੋਂ ਚੱਲ ਰਹੀ ਹੈ। ਕਹਿੰਦਾ ਮੇਰੇ ਮਨ ਦੇ ਵਿੱਚ ਵਿਚਾਰ ਹੈ, ਜਾਂ ਤਾਂ ਮੈਂ ਉਸ ਦੁਕਾਨ ਨੂੰ ਬੰਦ ਕਰ ਦੇਵਾਂ ਤੇ ਜਾਂ ਫਿਰ ਉਹਨੂੰ ਇਸਲਾਮ ਦੇ ਦਾਇਰੇ ਦੇ ਵਿੱਚ ਲੈ ਆਵਾਂ। ਇਸ ਕਰਕੇ ਉਹ ਗੁਰੂ ਘਰ ਦਾ ਸਭ ਤੋਂ ਵੱਡਾ ਵਿਰੋਧੀ ਸੀ। ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਖੁਸਰੋ, ਉਹਨੇ ਬਗਾਵਤ ਕੀਤੀ। ਤੇ ਕਹਿੰਦੇ ਜਦੋਂ ਜਹਾਂਗੀਰ ਨੂੰ ਪਤਾ ਲੱਗਾ, ਉਹ ਪਿੱਛਾ ਕਰਦਾ ਕਰਦਾ ਮਗਰ ਆਇਆ
ਜਿਨ੍ਹਾਂ ਜਿਨ੍ਹਾਂ ਨੇ ਵੀ ਮਦਦ ਕੀਤੀ ਸੀ ਸਭ ਨੂੰ ਪਕੜਿਆ ਗਿਆ, ਸਜ਼ਾਵਾਂ ਦਿੱਤੀਆਂ ਗਈਆਂ। ਕਹਿੰਦੇ ਹੁਣ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੇ ਵੀ ਬਾਦਸ਼ਾਹ ਜਹਾਂਗੀਰ ਨੂੰ ਸ਼ਿਕਾਇਤ ਕੀਤੀ। ਕਹਿੰਦੇ ਬਾਦਸ਼ਾਹ ਸਲਾਮਤ, ਤੁਹਾਡਾ ਜਿਹੜਾ ਸਾਹਿਬਜ਼ਾਦਾ ਸੀ ਨਾ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਵੀ ਗਿਆ। ਉਹਨਾਂ ਨੇ ਇਹਨੂੰ ਆਪਣੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਵੀ ਛਕਾਇਆ, ਕੁਝ ਮਾਇਆ ਵੀ ਦਿੱਤੀ ਹੈ ਰਸਤੇ ਦੇ ਖਰਚੇ ਵਾਸਤੇ, ਤੇ ਇਹਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਅਰਦਾਸ ਵੀ ਕੀਤੀ ਹੈ। ਜਹਾਂਗੀਰ ਬਾਦਸ਼ਾਹ ਪਹਿਲਾਂ ਹੀ ਮੌਕਾ ਭਾਲਦਾ ਸੀ। ਉਸਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਅਤੇ ਜਦੋਂ ਸਤਿਗੁਰੂ ਨੂੰ 3 ਹੁਕਮ ਕੀਤੇ ਗਏ। ਕਹਿਣ ਲੱਗੇ ਪਹਿਲੀ ਗੱਲ, ਤੁਸੀਂ ਜੋ ਧਰਮ ਗ੍ਰੰਥ ਲਿਖਿਆ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ ਕੁਝ ਸ਼ਬਦ ਦਰਜ ਕਰ ਦਿਓ। ਦੂਸਰੀ ਸ਼ਰਤ 2 ਲੱਖ ਰੁਪਇਆ ਜੁਰਮਾਨਾ ਭਰੋ, ਤੁਸੀਂ ਖੁਸਰੋ ਦੀ ਮਦਦ ਕੀਤੀ ਹੈ। ਤੀਸਰਾ ਕਹਿਣ ਲੱਗੇ ਜੇ ਦੋਨੇ ਗੱਲਾਂ ਮਨਜ਼ੂਰ ਨਹੀਂ ਫਿਰ ਇਸਲਾਮ ਨੂੰ ਪ੍ਰਵਾਨ ਕਰ ਲਵੋ। ਤਾਂ ਮੇਰੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਕਹਿੰਦੇ ਜਹਾਂਗੀਰ, ਇਹ ਜੋ ਧਰਮ ਗ੍ਰੰਥ ਹੈ ਨਾ, ਇਹਦੇ ਵਿੱਚ ਵਾਦ ਘਾਟ ਨਹੀਂ ਹੋ ਸਕਦੀ, ਕਿਸੇ ਮਨੁੱਖ ਦੀ ਸਿਫਤ ਜਾਂ ਵਡਿਆਈ ਨਹੀਂ ਲਿਖੀ ਜਾ ਸਕਦੀ, ਕਿਉਂਕਿ ਇਹ ਤੇ ਤੁਰਕੀ ਬਾਣੀ ਆਈ, 3 ਸਗਲੀ ਚਿੰਤ ਮਿਟਾਈ। ਕਹਿਣ ਲੱਗੇ ਦੂਸਰੀ ਗੱਲ, 2 ਲੱਖ ਰੁਪਇਆ ਜੁਰਮਾਨਾ ਦੇਣ ਦੀ, ਇਹ ਗੁਰੂ ਨਾਨਕ ਦਾ ਦਰ ਹੈ। ਇੱਥੇ ਕੋਈ ਵੀ ਆ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਸਕਦਾ, ਇੱਥੇ ਕੋਈ ਵੀ ਆ ਸਕਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵਾ, ਇਹ ਬਿਰਧ ਸੁਆਮੀ ਸੰਧਾ। ਇਹ ਗੁਰੂ ਨਾਨਕ ਘਰ ਦੀ ਮਰਜ਼ਾਦਾ ਹੈ। ਇੱਥੇ ਕੋਈ ਵੀ ਆਵੇ ਉਹਨੂੰ ਹਰ ਤਰ੍ਹਾਂ ਦੀ ਉਹਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ। ਕਹਿਣ ਲੱਗੇ ਜਿੱਥੋਂ ਤੱਕ ਇਸਲਾਮ ਧਾਰਨ ਕਰਨ ਦੀ ਗੱਲ ਹੈ, ਤੈਨੂੰ ਤੇਰਾ ਧਰਮ ਪਿਆਰਾ ਤੇ ਸਾਨੂੰ ਸਾਡਾ ਪਿਆਰਾ। ਕਹਿੰਦੇ ਜਹਾਂਗੀਰ ਬਾਦਸ਼ਾਹ ਨੇ ਸਜ਼ਾ ਨਿਯਤ ਕਰ ਦਿੱਤੀ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅੱਤ ਦੇ ਤਸ਼ੀਹੇ ਦੇ ਕੇ ਜਾਸ਼ਾ ਦੇ ਨਿਯਮਾਂ ਅਨੁਸਾਰ ਸਜ਼ਾ ਦੇ ਕਰਕੇ ਸ਼ਹੀਦ ਕੀਤਾ ਜਾਵੇ। ਜਾਸ਼ਾ ਦਾ ਨਿਯਮ ਇਹ ਹੈ ਕਿ ਜਿਸ ਨੂੰ ਸ਼ਹੀਦ ਕਰਨਾ ਉਹਦਾ ਇੱਕ ਵੀ ਕਤਰਾ ਖੂਨ ਦਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ। ਤੇ ਇਸ ਕਾਰਜ ਵਾਸਤੇ ਜਿਹੜਾ ਦੀਵਾਨ ਚੰਦੂ ਸੀ ਨਾ, ਉਸ ਦੀ ਡਿਊਟੀ ਲਾਈ ਗਈ, ਕਿਉਂਕਿ ਬਾਦਸ਼ਾਹ ਜਾਣਦਾ ਸੀ ਕਿ ਚੰਦੂ ਦੀ ਤੇ ਗੁਰੂ ਘਰ ਦੀ ਆਪਸ ਦੇ ਵਿੱਚ ਪਹਿਲਾਂ ਹੀ ਲਾਗ ਡਾਟ ਚੱਲ ਰਹੀ ਹੈ। ਹੁਣ ਗੁਰੂ ਪਿਆਰ ਵਾਲਿਓ, ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅੱਤ ਦੇ ਤਸ਼ੀਹੇ ਦਿੱਤੇ, ਤੱਤੀਆਂ ਤਵੀਆਂ ਤੇ ਬਿਠਾਇਆ, ਸੀਸ ਦੇ ਵਿੱਚ ਤੱਤਾ ਰੇਤਾ ਪਾਇਆ। ਤੇ ਕਹਿੰਦੇ ਉਸ ਵਕਤ ਆਪ ਜੀ ਦਾ ਅਨੰਨ ਸ਼ਰਧਾਲੂ ਸਾਈਂ ਮੀਆਂ ਮੀਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਜਿਸਨੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ। ਆ ਕਰਕੇ ਜਦੋਂ ਦ੍ਰਿਸ਼ ਦੇਖਿਆ ਨਾ, ਤੇ ਧਾਹਾਂ ਮਾਰ ਕਰਕੇ ਰੋਣ ਲੱਗ ਪਿਆ। ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਂ ਕੀ ਦੇਖ ਰਿਹਾ? ਕਦੀ ਉਹ ਸਮਾਂ ਸੀ ਤੁਸੀਂ ਤਖਤ ਤੇ ਬਿਰਾਜਮਾਨ ਸਾਓ, ਸੀਸ ਦੇ ਉੱਪਰ ਚੌਰ ਝੁੱਲ ਰਿਹਾ ਸੀ, ਤੇ ਪਾਤਸ਼ਾਹ ਅੱਜ ਮੈਂ ਕੀ ਦੇਖ ਰਿਹਾ? ਤੁਸੀਂ ਤੱਤੀਆਂ ਤਵੀਆਂ ਤੇ ਬਿਰਾਜਮਾਨ ਹੋ, ਸੀਸ ਦੇ ਵਿੱਚ ਤੱਤਾ ਰੇਤਾ ਪੈ ਰਿਹਾ। ਮੈਨੂੰ ਹੁਕਮ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦੇਵਾਂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਾਈਂ ਜੀ, ਇਹ ਜੋ ਕੁਝ ਹੋ ਰਿਹਾ ਉਸ ਮਾਲਕ ਦੇ ਹੁਕਮ ਦੇ ਵਿੱਚ ਹੋ ਰਿਹਾ। ਅਸੀਂ ਤਾਂ ਉਸ ਮਾਲਕ ਦੇ ਹੁਕਮ ਦੀ ਕਮਾਈ ਕਰ ਰਹੇ ਹਾਂ, ਕਿਉਂਕਿ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਨ। ਐਸੇ ਮਹਾਨ ਸਤਿਗੁਰੂ ਜੀ ਦਾ ਆਪਾਂ ਜੋ ਸ਼ਹੀਦੀ ਦਿਹਾੜਾ ਹੈ, ਉਹ ਗੁਰੂ ਪਿਆਰ ਵਾਲੇ 26 ਮਈ ਨੂੰ ਬੜੀ ਸ਼ਰਧਾ, ਬੜੀ ਭਾਵਨਾ, ਸਤਿਕਾਰ ਦੇ ਸਹਿਤ ਮਨਾਉਣਾ ਕਰ ਰਹੇ ਹਾਂ। ਮੇਰੇ ਸਾਹਿਬ ਸਤਿਗੁਰੂ ਜਿਸ ਜਗ੍ਹਾ ਤੇ ਜੋਤੀ ਜੋਤ ਸਮਾਏ, ਉੱਥੇ ਗੁਰਦੁਆਰਾ ਡੇਰਾ ਸਾਹਿਬ ਹੈ। ਕਹਿੰਦੇ ਜਿਉਂ ਸਤਿਗੁਰੂ ਜੀ ਦੇ ਸਾਰੇ ਸਰੀਰ ਦੇ ਉੱਪਰ ਛਾਲੇ ਹੀ ਛਾਲੇ ਹੋ ਗਏ ਨਾ, ਤੇ ਕਹਿੰਦੇ ਬਹਾਨਾ ਬਣਾਇਆ ਗਿਆ। ਕਹਿੰਦੇ ਅਸੀਂ ਸਤਿਗੁਰੂ ਨੂੰ ਇਸ਼ਨਾਨ ਕਰਾਉਣ ਵਾਸਤੇ ਰਾਵੀ ਤੇ ਲੈ ਕੇ ਜਾ ਰਹੇ ਹਾਂ। ਕਹਿੰਦੇ ਜਦੋਂ ਰਾਵੀ ਦੇ ਜਲ ਦੇ ਵਿੱਚ ਸਤਿਗੁਰੂ ਜੀ ਨੂੰ ਇਸ਼ਨਾਨ ਕਰਾਉਣ ਵਾਸਤੇ ਗੁਰੂ ਪਿਆਰ ਵਾਲਿਓ ਭੇਜਿਆ ਗਿਆ, ਠੰਡਾ ਜਲ ਸਰੀਰ ਤੇ ਪਿਆ, ਤੇ ਮੇਰੇ ਸਾਹਿਬ ਸਤਿਗੁਰੂ ਜੋਤੀ ਜੋਤ ਸਮਾ ਗਏ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਮੇਰੇ ਸਾਹਿਬ ਸਤਿਗੁਰੂ ਗੁਰੂ ਪਿਆਰ ਵਾਲਿਓ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਜੋਤੀ ਜੋਤ ਸਮਾਏ।
ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਮ ਦੇ ਨਾਲ ਆਪਾਂ ਯਾਦ ਕਰਦੇ ਹਾਂ। ਮੇਰੇ ਸਾਹਿਬ ਸਤਿਗੁਰੂ ਜੀ ਨੇ ਸਾਨੂੰ ਹੁਕਮ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਹੁਕਮ ਕਰ ਦਿੱਤਾ, ਕਹਿਣ ਲੱਗੇ ਆਪਣੇ ਧਰਮ ਦੇ ਵਿੱਚ ਅਸੀਂ ਪਰਪੱਕ ਰਹਿਣਾ। ਕਹਿਣ ਲੱਗੇ ਜੋ ਮੇਰੇ ਸਤਿਗੁਰੂ ਜੀ ਦਾ ਹੁਕਮ ਸੀ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋਏ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਸ ਕਰਕੇ ਪਿਆਰਿਓ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਤੇ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਇੱਕ ਨਵਾਂ ਰੂਪ ਆਇਆ ਹੈ। ਮੇਰੇ ਸਾਹਿਬ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਕਿਉਂਕਿ ਕਿਸੇ ਕਵੀ ਨੇ ਲਿਖਿਆ, ਕਹਿੰਦੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਕੋਪਰ ਲੈਂਦੇ ਤਸਵੀਰ ਬਦਲਦੀ ਕੌਮਾਂ ਦੀ। ਮੇਰੇ ਸਾਹਿਬ ਸਤਿਗੁਰੂ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਫੌਜਾਂ ਦੀ ਭਰਤੀ ਕਰਨਾ ਕੀਤੀ ਅਤੇ ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ, ਆਪਾਂ ਬੜੀ ਸ਼ਰਧਾ ਬੜੀ ਭਾਵਨਾ ਦੇ ਸਹਿਤ ਗੁਰੂ ਪਿਆਰ ਵਾਲੇ ਹਰ ਸਾਲ ਮਨਾਉਂਦੇ ਆ। ਗੁਰੂ ਅਰਜਨ ਦੇਵ ਮਹਾਰਾਜ ਦੀ ਸਭ ਤੋਂ ਵੱਡੀ ਤੇ ਮਹਾਨ ਰਚਨਾ ਹੈ ਸੁਖਮਨੀ ਸਾਹਿਬ, ਜੋ ਆਪਾਂ ਗੁਰੂ ਪਿਆਰ ਵਾਲੇ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਇਸ ਬਾਣੀ ਦਾ ਜਾਪ ਕਰਦੇ ਆਂ। ਸੋ ਪਿਆਰਿਓ, ਇਹ ਜੋ ਗੁਰਮਤਿ ਸਿਖਲਾਈ ਕੈਂਪ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਏ ਜਾਂਦੇ ਹਨ, ਤੇ ਇਸ ਵਾਰ ਸਾਰੇ ਸਕੂਲ ਜਿਹੜੇ ਹੈ ਪ੍ਰਸ਼ਾਸਨ ਦੇ ਦੇਸ਼ਾਂ ਦੇ ਅਨੁਸਾਰ ਬੰਦ ਹਨ। ਇਸ ਕਰਕੇ ਕੈਂਪ ਲਗਾਏ ਜਾ ਰਹੇ ਹੈ, ਜਿੱਥੇ ਵਿਦਿਆਰਥੀ ਆ ਕਰਕੇ ਹਾਜ਼ਰੀਆਂ ਭਰਦੇ ਹੈ, ਉੱਥੇ ਸਭ ਕੁਝ ਗੁਰੂ ਪਿਆਰ ਵਾਲੇ ਆਨਲਾਈਨ ਵੀ ਬੱਚਿਆਂ ਨੂੰ ਜੋ ਘਰਾਂ ਦੇ ਵਿੱਚ ਬੈਠੇ ਹੈ ਉਹਨਾਂ ਨੂੰ ਵੀ ਸਭ ਕੁਝ ਇਸੇ ਤਰ੍ਹਾਂ ਪੜ੍ਹਾਇਆ ਜਾ ਰਿਹਾ ਹੈ। ਉਸੇ ਤਰ੍ਹਾਂ ਉਹਨਾਂ ਤੋਂ ਵੀ ਸਵਾਲ ਪੁੱਛੇ ਜਾਣੇ ਹਨ। ਸੋ ਸਾਰੇ ਬੱਚਿਆਂ ਦਾ ਧੰਨਵਾਦ। ਸੋ ਮੈਂ ਬੇਨਤੀ ਕਰਾਂਗਾ, ਸਾਡੇ ਪਾਸ ਇੱਕ ਬੱਚੀ ਵੀ ਪਹੁੰਚੀ ਹੈ, ਉਹ ਵੀ ਬੱਚਿਆਂ ਦੇ ਨਾਲ ਕੁਝ ਸਵਾਲ ਸਾਂਝੇ ਕਰਨਗੇ ਕੁਝ ਸਮੇਂ ਦੇ ਲਈ। ਸੋ ਸਾਰੇ ਬੱਚਿਆਂ ਦਾ ਧੰਨਵਾਦ। ਬੇਨਤੀ ਹੈ ਕਿ ਇਸੇ ਤਰ੍ਹਾਂ ਆਪਾਂ ਲਗਾਤਾਰ ਰਹਿੰਦੇ ਸਮੇਂ ਦੇ ਅੰਦਰ ਹਾਜ਼ਰੀਆਂ ਭਰਨੀਆਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।